शुरू करने उस सोहणे नां तो जिहड़ा छुपिया भी है तो जाहिर भी है, जिहड़ा अंदर भी है तो बाहर भी है। मिहनत कशां दा प्रोग्राम सोहणे वर्गे हत्थ लैके मैं तुहाडा मेज़बान शौकत जवेद तुहाडी खिदमत च हाज़र हाँ ते सलाम अर्ज़ करना। इस प्रोग्राम नूं पेश करदियां ने शमीम अख्तर। ये प्रोग्राम तुसीं रेडियो पाकिस्तान फैसलाबाद FM 93 दे स्टूडियो तो सुन रहे हो। मिहनतकश भैन भराओ, इंसान ਜਦੋਂ ਨੇ ਆਪਣੀ ਹੋਸ਼ ਸੰਭਾਲੀ ਤੇ ਜ਼ਾਹਿਰ ਉਹਨੂੰ ਜਦੋਂ ਭੁੱਖ ਲੱਗੀ ਤੇ ਉਹ ਫਿਰ ਮੁਖਤਲਫ ਚੀਜ਼ਾਂ ਵੱਲ ਵਧਿਆ, ਉਹਦਾ ਹੱਥ ਵਧਿਆ, ਉਹਦੇ ਦਿਮਾਗ ਨੇ ਕੰਮ ਕੀਤਾ ਤੇ ਕੱਚੇ ਗੋਸ਼ਤ ਤੋਂ ਲੈ ਕੇ ਪਕਾ ਕੇ ਤੇ ਫਿਰ ਪਕਾਉਣ ਤੋਂ ਬਾਅਦ ਉਹਨੂੰ ਮਜ਼ੀਦ ਮਜ਼ੇਦਾਰ ਕਰਨ ਲਈ ਉਹਨੇ ਮਸਾਲਿਆਂ ਦਾ ਇਸਤੇਮਾਲ ਕੀਤਾ। ਤੇ ਆਪਣੇ ਆਪਣੇ ਰਹਿਣ ਸਹਿਣ ਦੇ ਹਵਾਲੇ ਦੇ ਨਾਲ ਅਗਰ ਅਸੀਂ ਆਪਣੇ ਮੁਲਕ ਦੇ ਹਵਾਲੇ ਨਾਲ ਦੇਖੀਏ ਤੇ ਜਿਹੜਾ ਤੰਦੂਰ ਜਿਹਨੂੰ ਅਸੀਂ ਕਹਿੰਦੇ ਹਾਂ, ਰੋਟੀ ਬਣਾਉਣ ਦਾ ਸਿਲਸਿਲਾ ਜਿਹੜਾ ਇੱਕ ਇਹ ਘਰਾਂ ਤੋਂ ਬਾਅਦ ਅਗਰ ਅਸੀਂ ਆਪਣੇ ਬਾਹਰ ਦੇਖੀਏ, ਮੁਆਸ਼ਰੇ 'ਚ ਵੇਖੀਏ, ਬਾਜ਼ਾਰਾਂ 'ਚ ਵੇਖੀਏ ਤਾਂ ਸਾਨੂੰ ਐਸੇ ਤੰਦੂਰ ਨਜ਼ਰ ਆਉਂਦੇ ਨੇ ਕਿ ਜਿਹਦੇ ਵਿੱਚ ਮਰਦ ਹਜ਼ਰਾਤ ਰੋਟੀਆਂ ਲਾ ਰਹੇ ਹੁੰਦੇ ਨੇ ਜਾਂ ਸਾਲਣ ਪਕਾ ਰਹੇ ਹੁੰਦੇ ਨੇ, ਜਿਹਨੂੰ ਅਸੀਂ ਹੋਟਲ ਦਾ ਵੀ ਕੰਮ ਕਹਿੰਦੇ ਹਾਂ। ਅਤੇ ਇਸੇ ਤਰ੍ਹਾਂ ਹੀ ਅੱਜ ਸਾਡੇ ਨਾਲ ਸਾਡੇ ਉਹ ਭਰਾ ਨੇ ਕਿ ਜਿਹੜੇ ਅਸੀਂ ਕਹਿੰਦੇ ਹਾਂ ਕਿ ਚੱਟ ਰੋਟੀ ਅਤੇ ਪਟਕ ਦਾਲ, ਇਸ ਤਰ੍ਹਾਂ ਹੀ ਚੱਟ ਰੋਟੀ ਅਤੇ ਪਟਕ ਦਾਲ, ਯਾਨੀ ਉਹ ਵਹਿੰਦਿਆਂ ਵਹਿੰਦਿਆਂ ਰੋਟੀਆਂ ਦੇ ਢੇਰ ਲਾ ਦਿੰਦੇ ਨੇ। ਠੀਕ ਹੈ, ਅਤੇ ਅੱਜ ਉਸ ਬਾਈ ਦੀ ਕੀ ਰਾਮ ਕਹਾਣੀ ਹੈ, ਆਓ ਉਹਨਾਂ ਦੀ ਕਹਾਣੀ ਉਹਨਾਂ ਦੀ ਜ਼ੁਬਾਨੀ ਸੁਣੀਏ। ਜੀ ਬਾਈ ਜੀ, ਤੁਹਾਡਾ ਨਾਂ ਕੀ ਹੈ? ਮੁਹੰਮਦ ਅਨਵਰ ਜੀ। ਅੱਛਾ, ਤੁਹਾਡਾ ਨਾਂ ਮੁਹੰਮਦ ਅਨਵਰ ਹੈ। ਇਹ ਦੱਸੋ ਕਿ ਤੁਸੀਂ ਪੜ੍ਹੇ ਲਿਖੇ ਵੀ ਹੋ? ਜੀ ਸਰ, 5 ਮਾਤਾ ਪੜ੍ਹੇ। 5 ਮਾਤਾ ਪੜ੍ਹੇ ਹੋ। ਅੱਛਾ, ਅਮੂਮਨ ਅਗਰ ਅਸੀਂ ਦੇਖੀਏ ਤੇ ਆ ਜਿਹੜਾ ਖਾਣ ਪਕਾਉਣ ਦਾ ਕੰਮ ਜਾਂ ਤੰਦੂਰਾਂ ਤੇ ਰੋਟੀਆਂ ਲਾਉਣੀਆਂ ਪਹਿਲੋਂ ਸਾਡੀਆਂ ਮਾਈਆਂ ਜਾਂ ਭੈਣਾਂ ਜਾਂ ਮਤਲਬ ਕਿ ਬੀਵੀਆਂ ਲਾਉਂਦੀਆਂ ਹੁੰਦੀਆਂ ਸਨ, ਤੇ ਇਹ ਤੁਸੀਂ ਕੰਮ ਇਹ ਅਕਸਰ ਜੋ ਅਸੀਂ ਮਾਸ਼ਰੇ 'ਚ ਪਾਕਿਸਤਾਨ 'ਚ ਵੇਖਦੇ ਹਾਂ ਤੇ ਜ਼ਿਆਦਾ ਔਰਤਾਂ ਕਰਦੀਆਂ ਨਜ਼ਰ ਆਉਂਦੀਆਂ ਨੇ ਨਾ ਖਾਣ ਪਕਾਉਣ ਦਾ, ਸਪੈਸ਼ਲੀ ਰੋਟੀ ਦਾ। ਤੇ ਇਹ ਤੁਸੀਂ ਇਸ ਕੰਮ ਵੱਲ ਕਿਸ ਤਰ੍ਹਾਂ ਆਏ? ਬਾਜੀ ਹਾਲਾਤ ਵਜ੍ਹਾ ਤੋਂ ਬੜੇ ਧੱਕੇ ਖਾਧੇ ਜੀ। ਬਾਕੀ ਮਿੱਲਾਂ 'ਚ ਫੈਕਟਰੀਆਂ 'ਚ ਕੰਮ ਕੀਤਾ ਜੀ। ਬਾਕੀ ਉਹਦੇ ਖਰਚੇ ਨਹੀਂ ਪੂਰੇ ਹੁੰਦੇ ਸੀਗੇ। ਰੋਟੀ ਪਾਣੀ ਦਾ ਖਰਚਾ ਬਹੁਤ ਹੋ ਜਾਂਦਾ ਸੀ, ਕੁਛ ਪੱਲੇ ਨੇ ਬਚਦਾ ਸੀ। ਠੀਕ ਹੈ। ਫਿਰ ਆਸਤਾ ਆਸਤਾ ਇਨਸ਼ਾਅੱਲਾ ਫਿਰ ਇਸ ਫੀਲਡ 'ਚ ਵੜ ਗਏ ਜੀ। ਫਿਰ ਤੇਰੇ ਚਾਰਾਂ ਨੇ ਬਚਦੇ ਆ, ਉਹ ਖਾਣ ਪੀਣ ਤੇਰਾ ਹੁੰਦਾ, ਮਾਲਕਾਂ ਦਾ ਹੁੰਦਾ ਸੀ ਖਰਚਾ ਪਾਣੀ। ਠੀਕ ਹੈ। ਰੋਟੀ ਪਾਣੀ ਰਿਹਾਇਸ਼ ਤੇ ਬਾਕੀ ਜਿਹੜਾ ਤੇਰੇ ਤਨਖਾਹ ਬਚਦੀ ਉਹ ਕੀ ਬਚ ਜਾਂਦੀ ਹੈ ਜੀ ਬੱਚਿਆਂ ਵਾਸਤੇ। ਯਾਨੀ ਜਦੋਂ ਤੁਸੀਂ ਪੜ੍ਹਾਈ ਦਾ ਸਿਲਸਿਲਾ ਛੱਡਿਆ ਕਿਸੇ ਵਜ੍ਹਾ ਦੇ ਨਾਲ ਨਾ ਪੜ੍ਹ ਸਕੇ ਤੇ ਫਿਰ ਤੁਸੀਂ ਇਸ ਕੰਮ ਵੱਲ ਆ ਗਏ। ਤੇ ਯਕੀਨਨ ਹਰ ਕੰਮ ਦਾ ਕੋਈ ਨਾ ਕੋਈ ਉਸਤਾਦ ਹੁੰਦਾ ਹੈ। ਤੇ ਕੀ ਤੁਸੀਂ ਵੀ ਕਿਸੇ ਕੋ ਕੰਮ ਸਿੱਖਿਆ? ਤੁਹਾਡੇ ਉਸਤਾਦ ਦਾ ਕੀ ਨਾਂ ਹੈ? ਮੇਰਾ ਉਸਤਾਦ ਦਾ ਨਾਂ ਅਬਦੁਲ ਰਊਫ ਆ ਜੀ। ਅਬਦੁਲ ਰਊਫ। ਤੇ ਇਹ ਦੱਸੋ ਕਿ ਅਬਦੁਲ ਰਊਫ ਨੇ ਤੁਹਾਨੂੰ ਕੰਮ ਸਿਖਾਇਆ, ਕਿੰਨੀ ਦੇਰ 'ਚ ਤੁਸੀਂ ਇਹ ਕੰਮ ਸਿੱਖ ਗਏ? ਤਕਰੀਬਨ 6 ਮਹੀਨੇ ਲੱਗ ਗਏ ਸੀ। ਸਾਲਨ ਪਕਾਉਣ ਦਾ, ਇਹ ਰੋਟੀ ਪਕਾਉਣ ਦਾ 6 ਮਹੀਨੇ ਲੱਗ ਗਏ ਸੀ। ਤੁਹਾਡਾ ਭਲਾ ਜੀ। ਯਾਨੀ ਇਹ ਕੰਮ ਜਿਹੜਾ ਤੁਸੀਂ ਖਾਣ ਪਕਾਉਣ ਦਾ ਜਾਂ ਤੰਦੂਰ ਤੇ ਰੋਟੀ ਲਾਉਣ ਦਾ, ਇਹ ਤਕਰੀਬਨ ਤੁਸੀਂ 6 ਮਹੀਨੇ ਤੁਹਾਨੂੰ ਕੰਮ। ਜਿਹੜਾ ਸਾਲਨ ਪਕਾਉਣ ਦਾ ਜੀ ਉਹ 1 ਹਫ਼ਤੇ ਕੰਮ ਸਿੱਖਿਆ ਜੀ। ਰੋਟੀ ਪਕਾਉਣ ਦਾ ਉਹ ਥੋੜੀ ਲਿਮਟ ਲੰਮੀ ਹੈ ਜੀ। ਉਹ ਅੱਛਾ, ਰੋਟੀ ਦਾ ਕੰਮ ਯਾਨੀ ਅਗਰ ਆਮ ਦੇਖੀਏ ਤੇ ਇੰਨਾ ਮੁਸ਼ਕਿਲ ਲੱਗਦਾ ਨਹੀਂ। ਤੇ ਹਾਂਜੀ ਬਲਕ ਪੇੜਾ ਫੜ ਕੇ ਅੱਛਾ ਮੰਨ ਕੇ ਮਾਰ ਕੇ 2 ਹੱਥ ਤੇ ਰੋਟੀ ਲਾ, ਇਹਦਾ ਮਤਲਬ ਇਹ ਸਿੱਖਣ 'ਚ ਅਗਰ ਵੇਖਿਆ ਜਾਏ ਤੇ ਜਾਂ ਵੇਖਣ 'ਚ ਬੜਾ ਸੌਖਾ ਲੱਗਦਾ ਹੈ, ਅਸਲ 'ਚ ਏਡਾ ਕੰਮ ਇਹ ਸੌਖਾ ਨਹੀਂ ਹੈਗਾ। ਇਹ ਬੜਾ ਬਰੀਕੀ ਦਾ ਕੰਮ ਹੈ ਜੀ। ਇਹ ਰੋਟੀ ਖਰਾਬ ਹੋ ਜਾਵੇ ਉਹ ਮਾਲ ਕੇ ਬੇਇੱਜ਼ਤੀ ਕਰਦੇ ਇਸ ਤਰ੍ਹਾਂ ਹੀ। ਅੱਛਾ, ਅਣਜਾਣ ਬੰਦੇ ਰੱਖਦੇ ਵੀ ਨਹੀਂ ਹੈਗੇ ਦੁਕਾਨ ਤੇ, ਹੋਟਲ ਤੇ। ਅੱਛਾ ਅੱਛਾ, ਬਸ ਸਾਫ ਤੇਰੇ ਸਹੀ ਰੋਟੀ ਲਾਉਂਦਾ ਉਹਨੂੰ ਰੱਖਦੇ। ਰੋਟੀ ਜ਼ਾਇਆ ਵੀ ਨਾ ਹੋਵੇ, ਰਿਜ਼ਕ ਹੈਗਾ, ਜ਼ਾਇਆ ਵੀ ਨਾ ਜ਼ਾਹਿਰ ਹੈ ਜੀ, ਕੰਮ ਜ਼ਿਆਦਾ ਪੈਸੇ। ਇੱਕ ਰੋਟੀ ਵੀ ਜ਼ਾਇਆ ਹੋਵੇ ਤਾਂ 20-25 ਰੁਪਏ ਹੋਰ ਮਾਲਕ ਗੱਲਾਂ ਕਰਦੇ ਜੀ ਇਸ ਵਾਸਤੇ। ਅੱਛਾ ਅੱਛਾ ਅੱਛਾ, ਯਾਨੀ ਅਗਰ ਦੇਖਿਆ ਜਾਵੇ ਤੇ ਇਹ ਵੀ ਐਡਾ ਸੌਖਾ ਕੰਮ ਨਹੀਂ ਹੈਗਾ। ਇਹ ਵੀ ਤਾਂ ਤਕਰੀਬਨ ਸਿੱਖਦੇ ਤੁਹਾਨੂੰ 6 ਮਹੀਨੇ ਲੱਗ ਗਏ। 6 ਮਹੀਨੇ ਲੱਗ ਗਏ ਪੂਰੇ। ਅੱਛਾ ਅੱਛਾ ਅੱਛਾ, ਤੇ ਚਲੋ ਇਹ ਤੇ ਤੁਸੀਂ ਆਪਣੇ ਉਸਤਾਦ ਕੋ ਕੰਮ ਸਿੱਖਿਆ ਨਾ, ਤੇ ਇਹ ਦੱਸੋ ਕਿ ਕਿੰਨੇ ਸਾਲ ਹੋ ਗਏ ਤੁਹਾਨੂੰ ਇਹ ਕੰਮ ਕਰਦੇ ਆ? ਤਕਰੀਬਨ 2002 ਚ ਇਸ ਫੀਲਡ 'ਚ ਵੜਿਆ ਜੀ ਮੈਂ। 2002 ਚ, ਜਿਹਦਾ ਮਤਲਬ 21-22 ਸਾਲ ਹੋ ਗਏ ਕੰਮ ਕਰਦੇ ਹੁਣ। ਜ਼ਾਹਿਰ 24 ਬਲਕਿ 23 ਸਾਲ ਕਹਿ ਸਕਦੇ ਸੀ, 2300 ਸਾਲ। ਅੱਛਾ, ਤੇ ਜ਼ਾਹਿਰ ਤੁਹਾਡੇ ਉਸਤਾਦ ਨੇ ਤੁਹਾਨੂੰ ਕੰਮ ਸਿਖਾਇਆ, ਤੇ ਕੀ ਇੰਨੇ ਸਾਲਾਂ 'ਚ ਕੋਈ ਤੁਹਾਡਾ ਵੀ ਕੋਈ ਸ਼ਾਗਿਰਦ ਹੈ? ਨਹੀਂ ਸਰ, ਸ਼ਾਗਿਰਦ ਤਾਂ ਕਾਫੀ ਹੈਗੇ ਜੀ। ਬਾਕੀ ਤੇ ਇਨਸ਼ਾਅੱਲਾ ਕਾਫੀ ਬੰਦੇ ਟ੍ਰੇਨ ਕੀਤੇ ਆ ਜੀ ਮੇਰੇ ਨਾਲ। ਅੱਛਾ, ਜ਼ਾਹਿਰ ਹੈ ਜਦੋਂ ਤੁਸੀਂ ਕੰਮ ਸਿੱਖਿਆ ਤਾਂ ਫਿਰ ਇਸ ਤਰ੍ਹਾਂ ਇੰਨੇ ਸਾਲਾਂ 'ਚ 3 ਮੁੰਡੇ ਹੈਗੇ ਤੇ ਸਾਲਨ ਪਕਾਉਣ ਦਾ ਵੱਲ ਸਿਖਾਇਆ ਜੀ। ਤੇ ਰੋਟੀ ਲਾਉਣ। ਠੀਕ ਹੋ ਗਿਆ। ਤੇ ਉਹ ਆਪਣਾ ਮਤਲਬ ਕਿ ਆਪਣਾ ਤੇ ਆਪਣੇ ਬੱਚਿਆਂ ਦਾ ਪੇਟ ਪਾਲ ਰਹੇ ਨੇ ਕੰਮ ਕਰਕੇ। ਠੀਕ ਹੈ। ਇੱਕ ਮੁੰਡਾ ਮੇਰੇ ਨਾਲ ਹੁੰਦਾ ਜ਼ੁਲਫਕਾਰ ਜੀ, ਬਾਕੀ ਤੇਰੇ ਮੁੰਡੇ। ਅੱਛਾ ਅੱਛਾ, ਗੁੱਡ ਹੋ ਗਿਆ। ਯਾਨੀ ਇਹਦਾ ਮਤਲਬ ਤੁਹਾਡੇ ਕਮ ਸੇ ਕਮ ਇਸ ਵੇਲੇ ਤੁਹਾਡੇ ਵੀ ਸ਼ਾਗਿਰਦ ਨੇ ਕਿ ਜਿਹੜੇ ਤੁਹਾਡੇ ਨਾਂ ਲੈ ਕੇ, ਜਿਸ ਤਰ੍ਹਾਂ ਤੁਸੀਂ ਆਪਣੇ ਉਸਤਾਦ ਦਾ ਨਾਂ ਲਿਆ, ਤੇ ਯਕੀਨਨ ਜਦੋਂ ਉਹਨਾਂ ਨੂੰ ਕੋਈ ਪੁੱਛਦਾ ਹੋਏਗਾ ਉਹ ਵੀ ਦੱਸਦੇ ਹੋਣਗੇ ਕਿ ਸਾਡੇ ਉਸਤਾਦ ਦਾ ਇਹ ਨਾਮ ਹੈ। ਹਾਂਜੀ ਸਰ। ਠੀਕ ਹੋ ਗਿਆ। ਅੱਛਾ, ਤੁਸੀਂ ਆਮ ਜਦੋਂ
ਕੋਈ ਟਾਈਮ ਸ਼ਾਦੀशुदा ਵੀ ਜੇ? ਹਾਂਜੀ ਸਰ ਸ਼ਾਦੀ ਅੱਛਾ ਸ਼ਾਦੀशुदा ਵੀ ਜੇ। ਕਿੰਨੇ ਬੱਚੇ ਨੇ ਤੁਹਾਡੇ? 4 ਬੇਟੇ ਜੀ ਮਾਸ਼ਾਅੱਲਾ। ਅੱਛਾ 4 ਬੇਟੇ ਨੇ। ਤੇ ਕੀ ਤੁਸੀਂ ਸਮਝਦੇ ਹੋ ਕਿ ਤੁਸੀਂ ਆਪਣੇ ਬੱਚਿਆਂ ਨੂੰ ਵੀ ਇਸ ਕੰਮ ਮਤਲਬ ਕਿ ਲਿਆਓਗੇ ਇਸ ਕੰਮ ਵੱਲ, ਜਾਂ ਰੋਟੀ ਜੀ ਪਕਾਉਣ ਵਾਲ ਖਾਣ ਵਾਲ, ਕਿਸ ਤਰ੍ਹਾਂ ਮਤਲਬ ਕਿ ਜਿਹੜਾ ਤੰਦੂਰ ਦੇ ਵੱਲ ਨੂੰ? ਇਨਸ਼ਾਅੱਲਾ ਕੋਸ਼ਿਸ਼ ਤਾਂ ਹੈ ਜੀ ਬੱਚੇ ਮੇਰੇ ਪੜ੍ਹ ਜਾਣ ਜੀ, ਮੁਸਤਕਬਲ ਅੱਛਾ ਹੋਵੇ, ਕੋਈ ਸਰਕਾਰੀ ਨੌਕਰੀ ਜਾਂ ਕੋਈ ਹੋਰ ਅੱਛੀ, ਯਾਨੀ ਤੁਹਾਡਾ ਜ਼ਿਆਦਾ ਫੋਕਸ ਜਿਹੜਾ ਪਹਿਲਾ ਧਿਆਨ ਹੈ ਕਿ ਤੁਸੀਂ ਆਪਣੇ ਬੱਚਿਆਂ ਨੂੰ ਜ਼ਿਆਦਾ ਪੜ੍ਹਾਉਣਾ ਚਾਹੁੰਦੇ ਹੋ? ਹਾਂਜੀ ਤਾਲੀਮ ਜ਼ਰੂਰੀ ਹੈ ਜੀ, ਤਾਲੀਮ ਕਰਕੇ ਇਨਸ਼ਾਅੱਲਾ ਕਿ ਹੋਰ ਨੌਕਰੀ। ਗੁੱਡ, ਯਾਨੀ ਤਾਲੀਮ ਤੁਸੀਂ ਚਾਹੁੰਦੇ ਹੋ ਕਿ ਬੱਚੇ ਜ਼ਿਆਦਾ ਤੋਂ ਜ਼ਿਆਦਾ ਤਾਲੀਮ ਹਾਸਲ ਕਰਨ। ਅੱਛਾ, ਅਕਸਰ ਤੁਸੀਂ ਮਤਲਬ ਕਿ ਅਸੀਂ ਵੇਖਦੇ ਹਾਂ ਕਿ ਜਿਹੜਾ ਕੋਈ ਫਾਰਗ ਟਾਈਮ ਹੁੰਦਾ ਹੈ ਨਾ, ਤੇ ਕਈ ਲਿਖਣਾ ਸ਼ੁਰੂ ਕਰ ਦਿੰਦੇ ਨੇ, ਕਈ ਵਜਾਉਣਾ ਸ਼ੁਰੂ ਕਰ ਦਿੰਦੇ ਨੇ, ਕੋਈ ਗਾਣਾ ਸ਼ੁਰੂ ਕਰ ਦਿੰਦੇ ਨੇ, ਤੇ ਇਹਨਾਂ 'ਚ ਤੁਹਾਨੂੰ ਕੋਈ ਹੈ ਸ਼ੌਕ? ਨਹੀਂ ਸਰ ਕੋਈ ਸ਼ੌਕ ਨਹੀਂ ਹੈਗਾ, ਯਾਨੀ ਇਹਦਾ ਮਤਲਬ ਸੁਣਨ ਦੀ ਹੱਦ ਤੱਕ। ਕੋਈ ਗਾਣੇ ਛਾਣੇ ਮੈਂ ਅਕਸਰ ਵੇਖਣਾ ਨਾ, ਜਦੋਂ ਆਈਦਾ ਤੁਹਾਡੇ ਕੋਲ ਕਿਤੇ ਬਈ ਦਾ ਲੰਘਦਾ ਵੇਖੀਦਾ ਤੇ ਤੁਸੀਂ ਗਾਣੇ ਸੁਣ ਰਹੇ ਹੁੰਦੇ ਨੇ, ਸਪੈਸ਼ਲੀ ਸਾਡਾ 93 ਵਾਲਾ ਰੇਡੀਓ ਮੈਂ ਅਕਸਰ ਵੇਖਿਆ ਤੇ ਸੁਣਦੇ ਹੁੰਦੇ, ਯਾਨੀ ਤੁਹਾਨੂੰ ਸੁਣਨ ਦਾ ਸ਼ੌਕ ਹੈ। ਚਲੋ ਅਗਰ ਤੁਹਾਨੂੰ ਸੁਣਨ ਦਾ ਸ਼ੌਕ ਹੈ ਤੇ ਫਿਰ ਤੁਹਾਨੂੰ ਅਸੀਂ ਇੱਕ ਵਧੀਆ ਜਿਹਾ ਗਾਣਾ ਸੁਣਾਉਂਦੇ ਹਾਂ। ਸੁਣਾਓ, ਇਹ ਗਾਣਾ ਤੁਹਾਨੂੰ ਕੈਸਾ ਲੱਗਾ? ਬਹੁਤ ਅੱਛਾ ਜੀ, ਜ਼ਬਰਦਸਤ। ਗੁੱਡ। ਅੱਛਾ, ਆਪਣਾ ਕੀ ਨਾਂ ਤੁਸੀਂ ਦੱਸਿਆ ਸੀ? ਮੁਹੰਮਦ ਅਨਵਰ ਜੀ। ਹਾਂ, ਮੁਹੰਮਦ ਅਨਵਰ ਸਾਹਿਬ, ਇਹ ਦੱਸੋ ਕਿ ਤੁਸੀਂ ਮਤਲਬ ਕਿ ਸਾਡੇ ਜਿਹੜੇ ਨੌਜਵਾਨ ਨੇ, ਬੱਚੀਆਂ ਜਾਂ ਬੱਚੇ, ਤੁਸੀਂ ਉਹਨਾਂ ਨੂੰ ਕੋਈ ਪੈਗਾਮ ਦੇਣਾ ਚਾਹੋ? ਪੈਗਾਮ ਹੈ ਜੀ ਇਨਸ਼ਾਅੱਲਾ ਤਾਲੀਮ ਪਹਿਲਾਂ ਜ਼ਰੂਰੀ ਹੈ ਜੀ, ਤਾਲੀਮ ਤੋਂ ਬਾਅਦ ਇਨਸ਼ਾਅੱਲਾ ਜਿਹੜੇ ਹੁਨਰ ਤੁਹਾਡੇ ਹੱਥ 'ਚ ਹੋਣੇ ਚਾਹੀਦੇ ਤੇ ਕੋਈ ਰੋਜ਼ਗਾਰ ਕਮਾਉਣਾ ਚਾਹੀਦਾ ਹਾਲਾਤ ਦੇ ਵਿੱਚ। ਤੇ ਹਾਲਾਤ ਬਹੁਤ ਨਾਜ਼ੁਕ ਹੈ ਜੀ, ਤੇ ਹਾਲਾਤ ਜ਼ਰੂਰੀ ਹੈ ਜੀ, ਜੋ ਹੁਨਰ ਹੋਵੇ ਨਾ ਫਿਰ ਇਨਸ਼ਾਅੱਲਾ ਉਹ ਰੋਜ਼ਗਾਰ। ਯਾਨੀ ਬੰਦਾ ਭੁੱਖਾ ਨਹੀਂ ਮਰਦਾ ਦੂਜੇ ਲਫ਼ਜ਼ਾਂ 'ਚ। ਵਾਕਿਆ ਅਗਰ ਦੇਖੋ ਨਾ, ਬੰਦਾ ਨੌਕਰੀ ਕੋ ਕਰਨ ਦੇ ਹੈ ਤੇ ਖੁਦਾ ਨਾ ਖਾਸਤਾ ਕਿਸੇ ਵਜ੍ਹਾ ਦੇ ਨਾਲ ਨੌਕਰੀ ਛੁੱਟ ਗਈ, ਇੱਕ ਮਸਲਾ ਇਸ ਤਰ੍ਹਾਂ ਦੇ ਹਾਲਾਤ ਹੋ ਗਏ ਨੇ, ਤੇ ਉਹ ਫਿਰ ਭੁੱਖਾ ਹੀ ਮਰਨ ਵਾਲੀ ਗੱਲ ਹੈ ਨਾ। ਲੇਕਿਨ ਹੁਨਰ ਤੁਹਾਡਾ ਐਸਾ ਹੁਨਰ ਹੈ ਹੱਥ 'ਚ, ਅਗਰ ਤੁਹਾਡੇ ਮਤਲਬ ਕਿ ਮਿਹਨਤ ਜਾਣਦੇ ਹੋ ਕਰਨੀ, ਤੁਹਾਡੇ ਹੱਥ 'ਚ ਹੁਨਰ ਹੈ, ਤੇ ਤੁਸੀਂ ਮੀਂਹ ਜਾਵੇ ਹਨੇਰੀ ਜਾਏ ਤੁਸੀਂ ਭੁੱਖੇ ਨਹੀਂ ਮਰੋਗੇ। ਬੜੀ ਅੱਛੀ ਗੱਲ, ਬੜਾ ਅੱਛਾ ਪੈਗਾਮ ਤੁਸੀਂ ਦਿੱਤਾ ਹੈ। ਮਿਹਨਤਕਸ਼ ਭੈਣ ਭਰਾਓ, ਇਹ ਪ੍ਰੋਗਰਾਮ ਤੁਸੀਂ ਰੇਡੀਓ ਪਾਕਿਸਤਾਨ ਫੈਸਲਾਬਾਦ FM 93 ਦੇ ਸਟੂਡੀਓ ਤੇ ਸੁਣ ਰਹੇ ਹੋ। ਅਗਰ ਤੁਸੀਂ ਇਹ ਸਾਡਾ ਪ੍ਰੋਗਰਾਮ ਨੈੱਟ ਦੇ ਜ਼ਰੀਏ ਸੁਣਨਾ ਚਾਹੋ ਤੇ ਫਿਰ www.radio.gov.pk ਲਿਖੋਗੇ ਤੇ ਤੁਸੀਂ ਸਾਡਾ ਪ੍ਰੋਗਰਾਮ ਨੈੱਟ ਦੇ ਜ਼ਰੀਏ ਵੀ ਸੁਣ ਸਕਦੇ ਹੋ। ਅਗਰ ਤੁਸੀਂ ਇਸ ਪ੍ਰੋਗਰਾਮ ਦੇ ਹਵਾਲੇ ਦੇ ਨਾਲ ਕੋਈ ਖਤ ਦੇ ਜ਼ਰੀਏ ਕੋਈ ਆਪਣੀ ਰਾਏ, ਕੋਈ ਮਸ਼ਵਰਾ ਦੇਣਾ ਚਾਹੁੰਦੇ ਹੋ ਤੇ ਫਿਰ ਤੁਸੀਂ ਸਾਨੂੰ ਖਤ ਲਿਖ ਸਕਦੇ ਹੋ। ਪ੍ਰੋਗਰਾਮ ਇੰਚਾਰਜ ਸੋਹਣੇ ਵਰਗੇ ਹੱਥ, FM 93 ਰੇਡੀਓ ਪਾਕਿਸਤਾਨ ਫੈਸਲਾਬਾਦ, ਮਾਰਫਤ ਸਟੇਸ਼ਨ ਡਾਇਰੈਕਟਰ। ਮਿਹਨਤਕਸ਼ ਭੈਣ ਭਰਾਓ, ਅੱਜ ਦੇ ਪ੍ਰੋਗਰਾਮ ਦਾ ਵੇਲਾ ਖਤਮ ਹੁੰਦਾ ਪਿਆ ਹੈ। ਆਪਣੇ ਮੇਜ਼ਬਾਨ ਸ਼ੌਕਤ ਜਵੇਦ ਨੂੰ ਇਜਾਜ਼ਤ ਦਿਓ। ਰੱਬ ਰਾਖਾ।